का खालसा वाहिगुरू जी की फतेह। एक ओंकार सतनाम करता पुरख निर्भउ निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भउ निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भउ निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भउ निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भउ निर्वैर अकाल मूरत अजूनी सैभं गुर प्रसाद। वाहिगुरू 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 जी का वाहिगुरू जी की फतेह। परम सन्मानयोग जुगो जुग अटल धन धन सतगुरु श्री गुरु ग्रंथ साहिब जी महाराज तिन्हां दे पावन चरणां दे विच गुरबाणी सिखण दी चाहुना नूं लै करके जुड़ बैठे सत संगी जनों, कल दे समय दे विच 26 पौड़ियां तक पावन विचार होए से। सो आओ श्री जपजी साहिब जी की पावन बाणी की 27 नंबर पौड़ी सो घर केहा सो घर केहा वाली आपो अपने पावन गुरका साहिब ते ध्यान दिओ। 27 नंबर पौड़ी तो आरंभ करिए। सो घर केहा सो घर केहा जित बह सर्ब संभाले। केहा तो भाव है केहो जिया बड़ा अजर। दर तो भाव है दरवाजा। जित तो भाव है जिथे। बह तो भाव है बैठ करके। सर्व तो भाव है सारे जीवां नूं ते संभाले तो भाव है संभाल कीती। संभाले शब्द जदों भी गुरबाणी विच आउंदा है ना, सस्सा मम्मे कन्ना ते लल्ले नूं लाम वाला जां लल्ले नूं सिहारी वाला आउंदा है, ये
ਮੰਮਿਆਂ ਦੇ ਪੈਰ ਦੇ ਵਿੱਚ ਅੱਧਾ ਹਾਹਾ ਲਾ ਕੇ ਭਾਰਾ ਕਰਕੇ ਸ਼ਬਦ ਬੋਲੀ ਦੇ ਸੰਭਾਲੇ ਸੰਭਾਲ, ਇਸ ਤਰ੍ਹਾਂ ਸ਼ਬਦ ਦੇ ਬੋਲੀ ਦੇ। ਇਸ ਤਰ੍ਹਾਂ ਹਰ ਰੋਜ਼ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਵੀ ਗੁਰੂ ਕੇ ਪਿਆਰ ਵਾਲੇ ਪੜ੍ਹਦੇ ਹਨ। ਸਭ ਸੇ ਮੋਹ ਕਿਰਪਾਲ ਸੰਭਾਲੇ, ਸਾਹ ਸੰਭਾਲੇ ਤੋਂ ਭਾਵ ਹੈ ਸੰਭਾਲਦਾ। ਇਸ ਤਰ੍ਹਾਂ ਦੇ ਨਾਲ ਇਹ ਸ਼ਬਦ ਜਿਹੜਾ ਭਾਰਾ ਕਰਕੇ ਬੋਲੀ ਹੈ। ਗੁਰੂ ਨਾਨਕ ਸਾਹਿਬ ਜੀ ਆਖਦੇ ਨੇ ਉਹ ਦਰ ਘਰ ਬੜਾ ਹੀ ਅਚਰਜ ਹੈ, ਜਿੱਥੇ ਬਹਿ ਕੇ ਇਹ ਨਿਰੰਕਾਰ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ। ਅਸੀਂ ਸਾਰੇ ਇਹ ਵਿਚਾਰ ਕਰਦੇ ਆ ਰਹੇ ਹਾਂ ਕਿ ਸਾਨੂੰ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਪਰਮਾਤਮਾ, ਤੇ ਜਿੱਥੇ ਸਾਡੇ ਜੀਵਾਂ ਦੀ ਬੈਠ ਕੇ ਉਹ ਸੰਭਾਲ ਕਰਦੇ ਆ, ਉਹ ਘਰ ਜਿਹੜਾ ਉਹ ਦਰ ਜਿਹੜਾ ਕਿੰਨਾ ਅਚਰਜ ਕਿੰਨਾ ਹੈਰਾਨ ਕਰਨ ਵਾਲਾ ਹੋਏਗਾ। ਤੇ ਜਿੱਥੇ ਬੈਠ ਕਰਕੇ ਸਾਰੇ ਜੀਵਾਂ ਦੀ ਸੰਭਾਲ ਕਰਦੇ, ਸਾਰੇ ਜੀਵਾਂ ਨੂੰ ਰਿਜ਼ਕ ਦੇ ਰਹੇ। ਮੇਰੇ ਸਾਹਿਬ ਕਹਿੰਦੇ ਨੇ ਐਸਾ ਮਾਲਕ ਪ੍ਰਭੂ ਪਰਮਾਤਮਾ ਜਿਹੜਾ ਹੈ ਨਾ, ਵਾਜੇ ਨਾਦ ਅਨੇਕ ਅਸੰਖਾ ਤੇ ਵਾਵਣ ਹਾਰੇ। ਨਾਲ ਤੋਂ ਭਾਵ ਹੈ ਆਵਾਜ਼, ਸ਼ਬਦ, ਰਾਗ। ਵਾਵਣ ਹਾਰੇ ਤੋਂ ਭਾਵ ਹੁੰਦੇ ਵਜਾਉਣ ਵਾਲੇ। ਗੁਰੂ ਗਰੀਬ ਨਿਵਾਸ ਸਾਹਿਬ ਕਿਰਪਾ ਕਰਦੇ ਨੇ ਕਿ ਇਹ ਨਿਰੰਕਾਰ ਤੇਰੀ ਇਸ ਰਚੀ ਹੋਈ ਕੁਦਰਤ ਦੇ ਵਿੱਚ ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ। ਇਹਨਾਂ ਨੂੰ ਅਨੇਕਾਂ ਹੀ ਹੈ ਮੇਰੇ ਮਾਲਕ ਪ੍ਰਭੂ ਪਰਮਾਤਮਾ ਜੀਓ, ਇਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਵੀ। ਕਿਤੇ ਰਾਗ ਪਰੇ ਸਿਉ ਕਹੀਆਂ, ਕਿਤੇ ਗਾਵਣ ਹਾਰੇ। ਸਭ ਵਿੱਚ ਧਿਆਨ ਦਿਓ, ਜਿਹੜੇ ਰਹਿਰਾਸ ਸਾਹਿਬ ਜੀ ਦਾ ਜਾਪ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਸ ਪੌੜੀ ਦੇ ਵਿੱਚ ਤੇ ਸੋਧਣ ਵਾਲੀ ਪੌੜੀ ਜਿਹੜੀ ਹੈ ਨਾ, ਉਹਦੇ ਵਿੱਚ ਥੋੜਾ ਅੰਤਰ ਹੈ। ਕਈ ਵਾਰੀ ਨਾ ਧਿਆਨ ਦੇਣ ਕਰਕੇ ਜੀ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਸੋਧਣ ਦੀ ਪੌੜੀ ਪੜ੍ਹ ਦਿੰਦੇ ਨੇ, ਤੇ ਜਦੋਂ ਸੋਧਣ ਦਾ ਪਾਠ ਕਰਦੇ ਨੇ ਕਈ ਵਾਰੀ ਇਹ ਜਪਜੀ ਸਾਹਿਬ ਵਾਲੀ ਪੌੜੀ ਪੜ੍ਹ ਦਿੰਦੇ ਨੇ। ਹੁਣ ਇੱਥੇ ਜਿਹੜੀ ਪਹਿਲੀ ਪੰਕਤੀ ਆ, ਸੋ ਦਰ ਕਿਹਾ ਸੋ ਘਰ ਕਿਹਾ ਲਿਖਿਆ ਹੈ ਨਾ, ਜਿਹੜੀ ਸੋਧਣ ਵਾਲੀ ਪੌੜੀ ਹੈ ਨਾ ਉੱਥੇ ਲਿਖਿਆ ਸੋ ਦਰ ਤੇਰਾ ਕਿਹਾ, ਤੇਰਾ ਸ਼ਬਦ ਉੱਥੇ ਆ ਗਿਆ। ਇਸੇ ਤਰ੍ਹਾਂ ਜਿਹੜੀ ਹੁਣ ਪੰਕਤੀ ਅਸੀਂ ਪੜ੍ਹੀ ਹੈ, ਕਿਤੇ ਰਾਗ ਪਰੀ ਸਿਉ ਕਹੀਆਂ, ਇੱਥੇ ਕਹੀਆਂ ਸ਼ਬਦ ਹੈ, ਉੱਥੇ ਕਹੀਆਂ ਹੀ ਸ਼ਬਦ ਹੈ। ਅਰਥਾਂ ਭਾਵਾਂ ਦੇ ਵਿੱਚ ਫਰਕ ਨਹੀਂ, ਲੇਕਿਨ ਬੋਲਣ ਦੇ ਵਿੱਚ ਅੱਖਰਾਂ ਦੇ ਵਿੱਚ ਥੋੜਾ ਜਿਹਾ ਫਰਕ ਹੈ, ਜਿਹਦੇ ਕਰਕੇ ਸਾਹਿਬ ਨੇ ਧਿਆਨ ਦਿਵਾਇਆ ਕਿ ਜਿੰਨੀ ਵਾਰੀ ਵੀ ਸਿੱਖਾ ਇਹ ਸ਼ਬਦ ਆਵੇ ਉਨੇ ਵਾਰੀ ਧਿਆਨ ਦੇ ਕੇ ਬੜੀ ਥੋੜਾ ਅੰਤਰ ਹੈ ਸ਼ਬਦਾਂ ਦੇ ਵਿੱਚ। ਜਪਜੀ ਸਾਹਿਬ ਦਾ ਇਹ ਸ਼ਬਦ ਜਿਹੜਾ ਅਸੀਂ ਪੜ੍ਹ ਰਹੇ ਹਾਂ, ਇਹਨੂੰ ਪੜ੍ਹਨਾ, ਇਸ ਤੋਂ ਬਾਅਦ ਜਦੋਂ ਸੋਧਣ ਵਾਲੀ ਪੌੜੀ ਆਏਗੀ ਉਹਦੇ ਵਿੱਚ ਅੰਤਰ ਹੈ। ਤੇ ਜਦੋਂ ਰਾਗ ਆਸਾ ਰਾਗ ਜਦੋਂ ਗੁਰਬਾਣੀ ਅੰਦਰ ਸ਼ੁਰੂ ਹੁੰਦਾ ਹੈ, ਉਹਦੇ ਵਿੱਚ ਜਦੋਂ ਇਹ ਸੋਧਣ ਵਾਲੀ ਪੌੜੀ ਆਏਗੀ ਨਾ, ਉਹਦੇ ਵਿੱਚ ਇਹਦਾ ਵੀ ਫਰਕ ਹੈ। ਇਸ ਤਰ੍ਹਾਂ ਤਿੰਨਾਂ ਪੌੜੀਆਂ ਵਿੱਚ ਜਦੋਂ ਤਿੰਨ ਵਾਰੀ ਸ਼ਬਦ ਬਾਰ-ਬਾਰ ਆਉਂਦਾ ਹੈ, ਥੋੜਾ ਇਹਨਾਂ ਦੇ ਵਿੱਚ ਅੰਤਰ ਰੱਖਿਆ ਸੀ। ਇਹਦਾ ਮਤਲਬ ਕਿ ਸਿੱਖ ਦਾ ਧਿਆਨ ਜਿਹੜਾ ਹੈ ਨਾ ਸ਼ਬਦ ਦੇ ਵਿੱਚ ਜੁੜਿਆ ਰਹੇ। ਧਿਆਨ ਸ਼ਬਦ ਵਿੱਚ ਜੁੜਿਆ ਰਹੇਗਾ ਤੇ ਕਦੇ ਮਨ ਜਿਹੜਾ ਉਹ ਨਹੀਂ ਭਟਕੇ, ਮਨ ਬਾਹਰ ਨਹੀਂ ਜਾਏਗਾ। ਮਨ ਬਾਹਰ ਜਾਂਦਾ ਹੀ ਤਾਂ ਹੈ ਜੋ ਸ਼ਬਦ ਦੇ ਵਿੱਚ ਧਿਆਨ ਨਹੀਂ ਹੁੰਦਾ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਿਤੇ ਰਾਗ ਪਰੀ ਸਿਉ ਕਹੀਆਂ, ਕਿਤੇ ਗਾਵਣ ਹਾਰੇ। ਪਰੀ ਤੋਂ ਭਾਵ ਹੁੰਦਾ ਰਾਗਣੀ, ਸਿਉ ਤੋਂ ਭਾਵ ਹੈ ਸਮੇਤ ਸਣੇ। ਸਿਉ ਤੋਂ ਭਾਵ ਹੈ ਰਾਗਣੀਆਂ ਦੇ ਸਮੇਤ, ਕਈਆਂ ਤੋਂ ਭਾਵ ਹੈ ਕਹੀਦੇ ਹਨ ਆਖੇ ਜਾਂਦੇ। ਸਭ ਕਹਿੰਦੇ ਨੇ ਰਾਗਣੀਆਂ ਦੇ ਸਮੇਤ ਬੇਅੰਤ ਹੀ ਰਾਗ ਕਹੇ ਜਾਂਦੇ ਨੇ, ਅਤੇ ਅਨੇਕਾਂ ਹੀ ਜੀਵ ਇਹਨਾਂ ਰਾਗਾਂ ਦੇ ਗਾਉਣ ਵਾਲੇ ਨੇ। ਇਹ ਮੇਰੇ ਮਾਲਕ ਪ੍ਰਭੂ ਜੋ ਤੈਨੂੰ ਗਾ ਰਹੇ ਹਨ। ਗਾਵੇ ਤੋਨੋ ਕੌਣ ਪਾਣੀ ਦਾ ਸੰਤਰ, ਤੁਧਨੋਂ ਨਹੀਂ ਬੋਲਣਾ ਇੱਥੇ ਸ਼ਬਦ। ਸੋਧਣ ਵਾਲੀ ਜਿਹੜੀ ਪੌੜੀ ਉਹਦੇ ਵਿੱਚ ਤੁਧਨੋਂ ਸ਼ਬਦ ਆਉਂਦਾ, ਇੱਥੇ ਤੋਹਨੋਂ। ਜਿੱਥੇ ਧੱਦਾ ਸੋਧਣ ਵਿੱਚ ਹੈ, ਇੱਥੇ ਹਾ ਸ਼ਬਦ ਹੈ ਤੋਹਨੋਂ। ਇੱਥੇ ਥੋੜੀ ਜਿਹੀ ਗਮਕੀ ਦੇ ਕੇ ਅੱਗੇ ਮੈਂ ਸੰਤਰ ਤੇ ਅਰਧ ਵਿਸ਼ਰਾਮ ਦੇਣਾ। ਗਾਵੇ ਤੋਹਨੋਂ ਕੌਣ ਪਾਣੀ ਦਾ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਦੇਖੋ ਕਿੰਨਾ ਪਿਆਰਾ ਸ਼ਬਦ ਸਾਹਿਬ ਨੇ ਵਰਤਿਆ। ਕਹਿੰਦੇ ਹੇ
ਨਿਰੰਕਾਰ ਪੌਣ ਪਾਣੀ ਅਗਨੀ ਤੇਰੇ ਗੁਣ ਗਾਏ। ਧਰਮਰਾਜ ਤੇਰੇ ਦਰ ਤੇ ਖਲੋ ਕੇ ਤੈਨੂੰ ਵਡਿਆਇਆ। ਹੁਣ ਆਪ ਜੀ ਆਖੋਗੇ ਕਿ ਹਵਾ ਜਿਹੜੀ ਆ ਇਹ ਕਿਵੇਂ ਪ੍ਰਮਾਤਮਾ ਨੂੰ ਗਾ ਰਹੀ ਆ, ਪਾਣੀ ਕਿਵੇਂ ਪ੍ਰਮਾਤਮਾ ਨੂੰ ਗਾ ਰਿਹਾ, ਅੱਗ ਕਿਵੇਂ ਪ੍ਰਮਾਤਮਾ ਨੂੰ ਗਾ ਰਹੀ। ਕਿ ਸਾਡੇ ਤਾਂ ਮੁਖ ਲੱਗੇ ਹੋਏ ਨੇ, ਅਸੀਂ ਮੁਖ ਦੁਆਰਾ ਜਿਹੜਾ ਕਹਿੰਦੇ ਵੀ ਵਾਹਿਗੁਰੂ ਵਾਹਿਗੁਰੂ ਅਸੀਂ ਕਿਤੇ ਪ੍ਰਮਾਤਮਾ ਨੂੰ ਸਿਮਰਦੇ। ਹੁਣ ਅੱਗ ਜਿਹੜੀ ਉਹ ਕਿਵੇਂ ਪ੍ਰਮਾਤਮਾ ਨੂੰ ਸਿਮਰਦੀ ਹੋਵੇਗੀ, ਪਾਣੀ ਕਿਵੇਂ ਪ੍ਰਮਾਤਮਾ ਨੂੰ ਸਿਮਰਦਾ ਹੋਏਗਾ। ਪ੍ਰਮਾਤਮਾ ਦੇ ਨਿਯਮ ਦੇ ਵਿੱਚ ਤੁਰਨਾ, ਵਾਹਿਗੁਰੂ ਦੀ ਰਜ਼ਾ ਦੇ ਵਿੱਚ ਤੁਰਨਾ, ਪ੍ਰਮਾਤਮਾ ਨੂੰ ਗਾਉਣਾ। ਪਾਣੀ ਜਿਹੜਾ ਉਹ ਮਾਲਕ ਦੀ ਰਜ਼ਾ ਦੇ ਵਿੱਚ ਤੁਰ ਰਿਹਾ। ਮਾਲਕ ਦੀ ਰਜ਼ਾ ਦੇ ਵਿੱਚ ਪਾਣੀ ਧਰਤੀ ਦੇ ਹੇਠਾਂ ਵੀ ਹੈ, ਉੱਪਰ ਵੀ ਹੈ, ਚਾਰ ਚੁਫੇਰੇ ਵੀ ਹੈ। 3 ਹਿੱਸੇ ਪਾਣੀ ਤੇ 1 ਹਿੱਸਾ ਸਾਡੀ ਧਰਤੀ ਹੈ। ਤੇ ਮਾਲਕ ਨੇ ਜਿਹੜਾ ਨਿਯਮ ਦੇ ਵਿੱਚ ਇਹਨੂੰ ਰੱਖਿਆ ਹੋਇਆ ਨਾ, ਤੇ ਉਸ ਨਿਯਮ ਦੇ ਵਿੱਚ, ਉਸ ਭੈ ਦੇ ਵਿੱਚ ਟਿਕਿਆ ਹੋਇਆ, ਉਹ ਵੀ ਪ੍ਰਮਾਤਮਾ ਨੂੰ ਗਾ ਰਿਹਾ। ਅੱਗ ਸਾਰੀ ਬਨਸਪਤੀ ਦੇ ਵਿੱਚ, ਲੱਕੜ ਦੇ ਵਿੱਚ ਮੌਜੂਦ ਹੈ। ਜਿੰਨਾ ਚਿਰ ਪ੍ਰਮਾਤਮਾ ਦਾ ਹੁਕਮ ਨਹੀਂ ਹੁੰਦਾ, ਉਹ ਅੱਗ ਜਿਹੜੀ ਆ ਲੱਕੜਾਂ ਨੂੰ ਸਾੜਦੀ ਨਹੀਂ। ਜਦੋਂ ਪ੍ਰਮਾਤਮਾ ਦਾ ਹੁਕਮ ਹੁੰਦਾ ਹੈ, ਤੇਜ਼ ਤੂਫਾਨ ਹਨੇਰੀ ਆਉਂਦੀ ਹੈ, ਤੇ ਜੰਗਲਾਂ ਦੇ ਵਿੱਚ ਜਿਹੜੇ ਬਾਂਸ ਤੇ ਆਦਿ ਦੇ ਦਰਖਤ ਨੇ ਆਪਸ ਦੇ ਵਿੱਚ ਉਹ ਟਕਰਾਉਂਦੇ ਨੇ, ਭਿੜਦੇ ਨੇ, ਉਹਨਾਂ ਵਿੱਚੋਂ ਅੱਗ ਨਿਕਲਦੀ ਹੈ। ਤੇ ਮਾਲਕ ਦੇ ਹੁਕਮ ਦੇ ਵਿੱਚ ਚੱਲ ਕਰਕੇ ਫਿਰ ਅੱਗ ਜਿਹੜੀ ਆ ਜੰਗਲਾਂ ਦੇ ਜੰਗਲ ਤਬਾਹ ਵੀ ਕਰ ਦਿੰਦੀ। ਪਰ ਜਿੰਨਾ ਚਿਰ ਹੁਕਮ ਨਹੀਂ ਹੁੰਦਾ, ਨਿਯਮ ਦੇ ਵਿੱਚ ਬੱਧੀ ਆ, ਲੱਕੜ ਦੇ ਵਿੱਚ ਹੀ ਬੱਧੀ ਹੋਈ ਆ, ਮਾਲਕ ਨੂੰ ਉਹ ਵੀ ਨਿਯਮ ਦੇ ਵਿੱਚ ਰਹਿ ਕੇ ਗਾ ਰਹੀ ਹੈ। ਇਸੇ ਤਰ੍ਹਾਂ ਹਵਾ ਜਿਹੜੀ ਆ ਉਹ ਦੇਖੋ ਚੱਲ ਰਹੀ ਆ, ਕਦੇ ਤੇਜ਼ ਹੋ ਜਾਂਦੀ ਆ, ਕਦੇ ਸਹਿਜ ਨਾਲ ਤੁਰੀ ਜਾ ਰਹੀ ਆ, ਜਿਹਦੇ ਨਾਲ ਅਸੀਂ ਸਵਾਸ ਲੈ ਰਹੇ ਆ, ਇਹ ਵੀ ਮਾਲਕ ਦੇ ਹੁਕਮ ਦੇ ਵਿੱਚ, ਨਿਯਮ ਦੇ ਵਿੱਚ ਤੁਰ ਰਹੀ। ਇਸ ਲਈ ਪ੍ਰਮਾਤਮਾ ਦੇ ਨਿਯਮ ਦੇ ਵਿੱਚ ਤੁਰਨਾ, ਵਾਹਿਗੁਰੂ ਦੀ ਰਜ਼ਾ ਦੇ ਵਿੱਚ ਤੁਰਨਾ, ਇਹ ਪ੍ਰਮਾਤਮਾ ਨੂੰ ਗਾਉਣਾ, ਇਸੇ ਦੁਆਰਾ ਹੀ ਮਾਲਕ ਦੇ ਦਰ ਤੇ ਸਚਿਆਰਾ ਹੋਣਾ। ਜੋ ਅਸੀਂ ਕੇਂਦਰੀ ਭਾਵੇ ਦਾ ਵਿਚਾਰਿਆ ਸ਼ੁਰੂ ਵਿੱਚ ਕਿ ਕਿਉਂ ਸਚਿਆਰਾ ਹੋਈ ਹੈ, ਕਿ ਉਹ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਬਸ ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਵਾਹਿਗੁਰੂ ਪਾਣੀ ਵੀ, ਹਵਾ ਵੀ, ਅਗਨੀ ਵੀ ਪ੍ਰਮਾਤਮਾ ਨੂੰ ਗਾ ਰਿਹਾ। ਧਰਮ ਰਾਜਾ ਵੀ ਮਾਲਕ ਦੇ ਦਰ ਤੇ ਖਲੋ ਕੇ ਕਹਿੰਦੇ ਬਾਦਸ਼ਾਹ ਤੈਨੂੰ ਵਡਿਆਰਿਆ, ਤੇਰੀਆਂ ਵਡਿਆਈਆਂ ਕਰ ਰਿਹਾ। ਗਾਵਹਿ ਚਿਤ ਗੁਪਤ ਲਿਖ ਜਾਣਾ ਹੈ, ਲਿਖ ਲਿਖ ਧਰਮ ਵਿਚਾਰੇ। ਚਿਤ ਗੁਪਤ ਤੋਂ ਭਾਵ ਹੁੰਦਾ ਉਹ ਵਿਅਕਤੀ ਜੋ ਜਮ ਲੋਕ ਵਿੱਚ ਰਹਿ ਕੇ ਸੰਸਾਰ ਦੇ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਲਿਖਦੇ, ਵਾਹਿਗੁਰੂ ਲੇਖਾ ਲਿਖਦੇ। ਪੁਰਾਤਨ ਹਿੰਦੂ ਮਤ ਦੇ ਧਰਮ ਪੁਸਤਕਾਂ ਵਿੱਚ ਇਹ ਖਿਆਲ ਹੋਇਆ ਆ ਰਿਹਾ ਹੈ ਕਿ ਚਿੱਤਰ ਦੇ ਗੁਪਤ ਜਿਹੜੇ ਨੇ ਨਾ, ਇਹ ਧਰਮਰਾਜ ਦੇ ਮੂਰਤੀ ਨੇ, ਤੇ ਜੀਵਾਂ ਦਾ ਸਾਰਾ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਜਿਹੜਾ ਨਾ ਧਰਮਰਾਜਾ ਨੂੰ ਦਿੰਦੇ ਨੇ। ਇਹ ਸਨਾਤਨ ਮਤ ਕਹਿੰਦਾ ਚਲੋ ਉਹਨਾਂ ਤੇ ਸਾਡਾ ਕੋਈ ਕਿੰਤੂ ਨਹੀਂ, ਪਰ ਗੁਰੂ ਘਰ ਦੇ ਵਿੱਚ ਜਿਹੜੀ ਚਿੱਤਰ ਗੁਪਤ ਦੀ ਗਾਥਾ ਨਾ, ਗੁਰੂ ਦੀ ਮਤ ਜਿਹੜੀ ਆ ਇਹੋ ਜਿਹੇ ਚਿੱਤਰ ਗੁਪਤਾਂ ਨੂੰ ਨਹੀਂ ਮੰਨਦੀ। ਜੇ ਧਰਮ ਰਾਜਾ ਦੇ ਮੰਨ ਲਓ 2 ਮੁਨਸੀ ਨੇ, ਚਿੱਤਰ ਤੇ ਗੁਪਤ, ਤੇ ਮਨੁੱਖ ਦੇ ਕੰਧਿਆਂ ਤੇ ਬੈਠਦੇ ਨੇ, ਉਹਦੇ ਕਰਮਾਂ ਦਾ ਹਿਸਾਬ ਕਿਤਾਬ ਲਿਖ ਕੇ ਧਰਮ ਰਾਜਾ ਨੂੰ ਦਿੰਦੇ ਨੇ। ਤੇ ਪਿਆਰੇ ਤੁਸੀਂ ਕਿਹੜੇ ਜੀ ਬੈਠੇ ਹੋ, ਤੇ ਸਾਰਿਆਂ ਦੇ ਲਈ ਇੱਕ ਇੱਕ ਚਿੱਤਰ ਗੁਪਤ ਹੋ ਜਾਣੇ ਬੈਠੇ ਹੋਣ, ਤੇ ਕਿੰਨੇ ਚਿੱਤਰ ਗੁਪਤ ਹੋਣਗੇ। ਗੱਲ ਤੇ ਚਿੱਤਰ ਗੁਪਤ ਦੀ ਕੀਤੀ ਆ ਵੀ 2 ਜਾਣਿਆਂ ਤਾਂ ਧਰਮਰਾਜ ਦੇ ਮੁਨਸੀ ਆ, ਤੇ ਸਾਰੇ ਜੀਵਾਂ ਦਾ ਇਹ ਲੇਖਾ ਦੇ ਰਹੇ ਨੇ। ਕਿਵੇਂ ਉਹ ਕੱਲੇ ਕੱਲੇ ਦਾ ਲੇਖਾ ਜਾ ਕੇ ਦਿੰਦੇ ਨੇ, ਹਨਾ। ਅਸਲ ਦੇ ਵਿੱਚ ਚਿੱਤਰ ਗੁਪਤ ਦਾ ਜਿਹੜਾ ਅਰਥ ਸੀ ਨਾ, ਚਿੱਤਰ ਤੋਂ ਭਾਵ ਹੁੰਦਾ ਤਸਵੀਰ, ਨਕਸ਼ਾ, ਫੋਟੋ, ਤੇ ਗੁਪਤ ਤੋਂ ਭਾਵ ਹੁੰਦਾ ਲੁਕਿਆ ਹੋਇਆ, ਛੁਪਿਆ ਹੋਇਆ। ਜਿਹੜਾ ਛੁਪਿਆ ਹੋਇਆ ਚਿੱਤਰ, ਲੁਕਿਆ ਹੋਇਆ ਚਿੱਤਰ ਵਾ, ਉਹ ਸਾਡੇ ਅੰਦਰ ਹੀ ਕਰਮਾਂ ਦਾ ਬਣ ਰਿਹਾ। ਜੋ ਵੀ ਅਸੀਂ ਕਰਮ ਕਰ ਰਹੇ ਹਾਂ, ਉਹ ਚੰਗੇ ਨੇ, ਭਾਵੇਂ ਉਹ ਮਾੜੇ ਨੇ, ਉਹ ਭਾਵੇਂ ਭਲੇ ਨੇ, ਭਾਵੇਂ ਉਹ ਬੁਰੇ ਨੇ, ਅੰਦਰੋਂ ਇੱਕ ਚਿੱਤਰ ਬਣੀ ਜਾ ਰਿਹਾ। ਮਾਲਕ ਦੇ ਹੁਕਮ ਦੇ ਵਿੱਚ ਉਹ ਚਿੱਤਰ ਬਣਦਾ ਜਾ ਰਿਹਾ। ਤੇ ਮੇਰੇ ਬਾਦਸ਼ਾਹ ਨੇ ਬਾਣੀ ਅੰਦਰ ਕਿਹਾ, ਕਹਿੰਦੇ ਚਿੱਤਰ ਗੁਪਤ ਜਦ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਕੰਮ। ਕਹਿੰਦੇ ਜਦੋਂ ਤੇਰਾ ਇਹ ਤਨ ਉੱਪਰੋਂ ਜਲ ਜਾਣਾ, ਸੜ ਜਾਣਾ,
ਤੇ ਤੇਰਾ ਜਿਹੜਾ ਉਹ ਛੁੱਟਿਆ ਹੋਇਆ ਚਿੱਤਰਵਾਨਾ ਉਹ ਸਾਹਮਣੇ ਆ ਜਾਣਾ। ਮਾਲਕ ਨੇ ਖੰਨੀਓ ਵਾਹਿਗੁਰੂ ਖੰਨੇ ਹੋ ਮਾਸਾ ਤੋਲ ਕਢਾਇਆ, ਖੰਨੀ ਖੰਨੀ ਰੱਤੀ ਰੱਤੀ ਮਾਸਾ ਮਾਸਾ ਲੇਖਾ ਲਿਆ ਕੇ ਤੇਰੇ ਸਾਹਮਣੇ ਰੱਖ ਦੇਣਾ ਵੀ ਕਿਹੜੇ ਤੂੰ ਚੰਗੇ ਕੰਮ ਕੀਤੇ ਨੇ ਤੇ ਕਿਹੜੇ ਬੁਰੇ ਕੀਤੇ। ਇੱਕੋ ਹੀ ਇੱਕ ਮਾਲਕ ਪ੍ਰਭੂ ਪਰਮਾਤਮਾ ਹੈ ਕਿ ਜਿਹੜਾ ਸਾਡੇ ਕਰਮਾਂ ਦੇ ਅਨੁਸਾਰ ਸਾਡੇ ਸੰਸਕਾਰ ਉਤਰਨ ਵਾਲਾ। ਗੁਰੂ ਕਾ ਸਿੱਖ ਨਾ ਕਿਸੇ ਵੱਖਰੇ ਧਰਮਰਾਜ ਨੂੰ ਮੰਨਦਾ ਤੇ ਨਾ ਕਿਸੇ ਵੱਖਰੇ ਚਿੱਤਰਗੁਪਤ ਨੂੰ ਮੰਨਦਾ। ਜੇ ਸਨਾਤਨ ਮਤ ਮੰਨਦੀ ਆ ਤੇ ਸਭ ਕਹਿੰਦੇ ਨੇ ਇਹ ਮਾਲਕ ਤੇਰੇ ਪੈਦਾ ਕੀਤੇ ਹੋਏ ਨੇ, ਇਹ ਵੀ ਤੈਨੂੰ ਗਾ ਰਹੇ। ਬਸ ਆਹ ਗੁਰਮਤ ਮੰਨਦੀ, ਇਸ ਤੋਂ ਵੱਧ ਕੇ ਨਹੀਂ। ਨਾ ਗੁਰਮਤ ਸਵਰਗ ਨੂੰ ਮੰਨਦੀ ਆ ਨਾ ਨਰਕ ਨੂੰ ਮੰਨਦੀ, ਕਿਉਂਕਿ ਬ੍ਰਾਹਮਣ ਦਾ ਕੰਮ ਇਹ ਸੀ ਵੀ ਸਵਰਗਾਂ ਦਾ ਲਾਲਚ ਦੇ ਕੇ ਜੀਵਾਂ ਨੂੰ ਲੁੱਟਣਾ ਤੇ ਨਰਕਾਂ ਦਾ ਡਰ ਦੇ ਕੇ ਲੁੱਟਣਾ। ਤੇ ਗੁਰੂ ਦੀ ਮੱਤ ਕੀ ਕਹਿੰਦੀ ਹੈ? ਕਿਆ ਸਵਰਗ ਕਿਆ ਨਰਕ ਵਿਚਾਰਾ ਸੰਤਨ ਨੂੰ ਰਾਤੇ। ਕਹਿੰਦੇ ਨੇ ਕੀ ਸਵਰਗ ਤੇ ਕੀ ਨਰਕਾਂ ਵਿਚਾਰੇ। ਸੰਤ ਜਨਾਂ ਨੇ, ਗੁਰੂ ਕੇ ਸੰਗੀਆਂ ਨੇ, ਮਾਲਕ ਦੀ ਕੀਰਤੀ ਕਰਨ ਵਾਲਿਆਂ ਨੇ ਦੋਨਾਂ ਨੂੰ ਰੱਦ ਕਰ ਦਿੱਤਾ। ਨਾ ਅਸੀਂ ਸਵਰਗ ਨੂੰ ਮੰਨਦੇ ਆ ਨਾ ਅਸੀਂ ਨਰਕਾਂ ਨੂੰ ਮੰਨਦੇ। ਹਮ ਕਾਹੂ ਕੀ ਕਾਣ ਨਾ ਕਰਤੇ ਆਪਣੇ ਗੁਰ ਪ੍ਰਸਾਦ। ਕਹਿੰਦੇ ਆਪਣੇ ਗੁਰੂ ਦੀ ਕਿਰਪਾ ਨਾਲ ਨਾ ਸਾਨੂੰ ਕਿਸੇ ਦੋਨਾਂ ਦੀ ਮੁਖਾਲੀ ਨਹੀਂ। ਭਾਵ ਇਹ ਕਿ ਗੁਰੂ ਦਾ ਸਿੱਖ ਜਿਹਨੂੰ ਗੁਰੂ ਦੀ ਮੱਤ ਤੇ ਚੱਲਣਾ ਆ ਗਿਆ ਨਾ, ਉਹ ਸਵਰਗ ਵਿੱਚ ਵਸਣ ਦੀ ਆਸ ਨਹੀਂ ਰੱਖਦਾ ਤੇ ਨਰਕਾਂ ਵਿੱਚ ਪੈਣ ਤੋਂ ਡਰਦਾ ਨਹੀਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸੁਰਗ ਬਾਸ ਨਾ ਬਾਸ਼ੀਐ ਦਰਿਏ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀ ਜੈ ਆਸ। ਉਹ ਮਨ ਵਿੱਚ ਹੀ ਆਸ ਨਹੀਂ ਰੱਖਦਾ, ਨਾ ਡਰਦੇ ਨੇ ਤੇ ਨਾ ਹੀ ਉਹ ਲਾਲਚ ਮਨ ਵਿੱਚ ਲਿਆਉਂਦੇ ਕਿ ਸਵਰਗ ਵਿੱਚ ਵਾਸਾ ਮਿਲਦਾ। ਭਾਈ ਮਾਨ ਸਿੰਘ ਦੀ ਮੁਕਤਸਰ ਸਾਹਿਬ ਦੀ ਸਾਖੀ ਤੁਸੀਂ ਸਾਰੇ ਜਾਣਦੇ। ਸਾਹਿਬ ਨੇ ਉਸ ਨੂੰ ਸਹਿਤ ਦੇ ਹੋਣਿਆਂ ਨੂੰ ਕਿਹਾ ਸੀ, ਭਾਈ ਮਾਨ ਸਿਆ ਜੇ ਤੂੰ ਕਹੇ ਤੇ ਤੈਨੂੰ ਲੰਮੀ ਉਮਰਾਂ ਦੇ ਦੇਈਏ, ਕਹਿੰਦਾ ਸੀ ਪਾਤਸ਼ਾਹ ਨਹੀਂ। ਜੇ ਤੂੰ ਕਹੇ ਤੈਨੂੰ ਰਾਜ ਭਾਗ ਦਾ ਸੁੱਖ ਦੇ ਦੇਈਏ, ਕਹਿੰਦਾ ਪਾਤਸ਼ਾਹ ਨਹੀਂ। ਪਾਤਸ਼ਾਹ ਕਹਿਣ ਲੱਗੇ ਜੇ ਤੂੰ ਚਾਹੇ ਤੇ ਤੈਨੂੰ ਸਵਰਗਾਂ ਦਾ ਰਾਜ ਦੇ ਦੇਈਏ, ਕਹਿੰਦਾ ਪਾਤਸ਼ਾਹ ਨਹੀਂ ਕਹੇ। ਸਤਿਗੁਰੂ ਕਹਿੰਦੇ ਫਿਰ ਤੇਰੀ ਮੁਕਤੀ ਕਰ ਦਈਏ, ਤੈਨੂੰ ਕਲਿਆਣ ਦੇ ਦਈਏ, ਕਹਿੰਦਾ ਪਾਤਸ਼ਾਹ ਨਹੀਂ, ਮੁਕਤੀ ਵੀ ਨਹੀਂ ਚਾਹੀਦੀ। ਮੁਕਤ ਬਪੜੀ ਭੀ ਗਿਆਨੀ ਦਿਆ। ਗਿਆਨ ਮਾਨ ਤੋਂ ਮੁਕਤੀ ਦਾ ਵੀ ਤਿਆਗ ਕਰ ਦਿੰਦਾ। ਤੇ ਪਾਤਸ਼ਾਹ ਕਹਿੰਦੇ ਤੈਨੂੰ ਮੁਕਤੀ ਨਹੀਂ ਚਾਹੀਦੀ, ਤੈਨੂੰ ਰਾਜ ਭਾਗ ਨਹੀਂ ਚਾਹੀਦਾ, ਤੈਨੂੰ ਲੰਮੀ ਉਮਰਾਂ ਨਹੀਂ ਚਾਹੀਦੀ। ਦੱਸ ਫਿਰ ਭਾਈ ਮਾਨ ਸਿਆ ਤੈਨੂੰ ਕੀ ਦਈਆ, ਤੇਰੇ ਤੇ ਟੁੱਟੇ ਆ। ਤੂੰ ਆਪਣੀ ਜਥੇ ਨੂੰ ਲਿਆ ਕਰਕੇ ਸੇਵਾ ਕਮਾਈ ਆ ਗੁਰੂ ਦੇ ਘਰ ਦੀ। ਅੱਜ ਸੁਹਾਲਤਾਂ ਦੇ ਜਾਮ ਗੁਰੂ ਕੇ ਪਿਆਰਿਆਂ ਨੇ ਕੀਤੇ ਨੇ, ਦਾਨ ਤੇਰੇ ਤੋਂ ਪ੍ਰਸੰਨ ਕੀਤੇ। ਕਹਿੰਦਾ ਪਾਤਸ਼ਾਹ ਆਪ ਜੀ ਨੇ ਕੀ ਸਿਖਾਇਆ? ਆਪ ਜੀ ਦੀ ਪਾਵਨ ਬਾਣੀ ਦਾ ਬਚਨ ਹੈ, ਕਿਰਪਾ ਕਰੋ ਰਹਿਮਤ ਕਰੋ। ਜੇ ਟੁੱਟੇ ਹੋ ਨਾ ਆਪਣੇ ਚਰਨਾਂ ਦੀ ਪ੍ਰੀਤ ਦੇ ਦਿਓ, ਸਾਡੀ ਟੁੱਟੀ ਹੋਈ ਗੰਢ ਲਵੋ, ਸਾਡਾ ਵਿਦਾਵਾ ਲਿਖਿਆ ਹੋਇਆ ਪਾੜ ਦਿਓ। ਇਸ ਤੋਂ ਬਿਨਾਂ ਸਾਨੂੰ ਕੁਝ ਨਹੀਂ ਚਾਹੀਦਾ। ਦੇਖੋ ਗੁਰੂ ਦੀ ਚਰਨਾਂ ਤੋਂ, ਚਰਨਾਂ ਦੀ ਪ੍ਰੀਤ ਤੋਂ ਰਾਜ ਭਾਗ ਵੀ ਸਿੱਖ ਵਾਰ ਦਿੰਦੇ, ਸਵਰਗ ਦਾ ਸੁਖ ਵਾਰ ਦਿੰਦੇ ਨੇ, ਮੁਕਤੀ ਵਾਰ ਦਿੰਦੇ ਨੇ। ਪਰ ਗੁਰੂ ਦੇ ਚਰਨਾਂ ਦੀ ਪ੍ਰੀਤ ਸਭ ਤੋਂ ਮਹਾਨ ਹੈ। ਬਚਨ ਹੈ ਪਾਵਨ ਬਾਣੀ ਦਾ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਤੇ। ਮਾਲਕ ਦੇ ਚਰਨਾਂ ਦੀ ਪ੍ਰੀਤ ਤੇ ਜੇ ਪੁੱਛੀਏ ਮਾਲਕ ਦੇ ਚਰਨਾਂ ਦੀ ਪ੍ਰੀਤ ਵਿੱਚ ਆਨੰਦ ਕਿੰਨੀ ਮੌਜ ਕਿੰਨੀ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੇ ਦੱਸਣ ਦਾ ਯਤਨ ਕਰਾਂ ਨਾ ਤੇ ਪਿਆਰੇ ਉਹਦੇ ਵਿੱਚ ਕੋਈ ਬਹੁਤੀ ਸੋਭਾ ਨਹੀਂ ਹੋਏਗੀ। ਅਨੁਮਾਨ ਅੰਦਾਜ਼ਾ ਲਾ ਕੇ ਦੱਸੇ ਨਹੀਂ ਜਾ ਸਕਦਾ। ਕਹਿੰਦੇ ਆਪ ਤੁਸੀਂ ਮਾਣ ਕੇ ਦੇਖੋ, ਆਪ ਆਨੰਦ ਰਸ ਲੈ ਕੇ ਦੇਖੋ। ਜਿਹੜੇ ਜੁੜਦੇ ਨਾ, ਜਿਹੜੇ ਨਾਮ ਦੇ ਅਭਿਆਸੀ ਨੇ, ਉਹਨਾਂ ਨੂੰ ਪਤਾ ਹੈ ਚਰਨਾਂ ਕਮਲਾਂ ਦੀ ਮੌਜ ਦਾ। ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਜਿਹੜੇ ਅੱਧਾ ਘੰਟਾ 2-2 ਘੰਟੇ ਗੁਰਮੰਤਰ ਦੇ ਜਾਪ ਵਿੱਚ ਜੁੜਦੇ ਨੇ, ਬਾਣੀ ਦਾ ਰਸ ਲੈਂਦੇ ਨੇ, ਵਿਚਾਰਦੇ ਨੇ, ਉਹਨਾਂ ਨੂੰ ਪਤਾ ਹੈ ਚਰਨਾਂ ਕਮਲਾਂ ਦੀ ਮੌਜ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾ। कहते को शोभा नहीं देखा ही परवान। कहते कहने में कोई बहुती शोभा नहीं, ये तो देखे ही पता चलता है। जे प्यारियों बेनती करता जाना, भाई मां सिंह होना ने जिन्होंने ਅਸੀਂ ਬਦਾਵੀਏ ਸਿੱਖ ਕਹਿੰਦੇ ਆ,
ਵੀ ਮਾਝੇ ਦੇ ਸਿੱਖਾਂ ਨੇ ਦੇਖੋ ਜੀ ਵਿਦਾਵਾ ਲਿਖ ਦਿੱਤਾ, ਸਤਿਗੁਰੂ ਨੂੰ ਕਹਿ ਦਿੱਤਾ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਅੱਜ ਵੀ ਉਹਨਾਂ ਨੂੰ ਵਿਦਾਵੀਏ ਸਿੰਘ ਕਹੀਦਾ ਨਹੀਂ। ਬਹੁਤਾ ਕੋਈ ਸਮਾਂ ਨਹੀਂ ਸਿੱਖਾਂ ਨੇ ਪੈਣ ਦਿੱਤਾ ਤੇ ਵਿਦਾਵਾ ਉਡਵਾ ਲਿਆ ਉਹਨਾਂ ਨੇ ਟੁੱਟੀ ਕੇ ਨਾਲ ਲਈ। ਪਰ ਪਿਆਰੇ ਜਿਹੜੇ ਅਸੀਂ ਜੀਵਨ ਵਿੱਚ ਵਿਦਾਵੇ ਲਿਖੇ ਹੋਏ ਨੇ, ਗੁਰੂ ਕਿਰਪਾ ਕਰੇ ਉਹ ਵਿਦਾਵੇ ਅਸੀਂ ਵੀ ਜੀਵਨ ਵਿੱਚੋਂ ਉਡਵਾ ਲਈਏ। ਤੁਸੀਂ ਕਹੋਗੇ ਅਸੀਂ ਕਿਹੜੇ ਵਿਦਾਵੇ ਲਿਖੇ ਹੋਏ ਆ? ਪਿਆਰਿਓ, ਜੀਵਨ ਦੇ ਵਿੱਚ ਸਤਿਗੁਰੂ ਤਾਂ ਕਹਿੰਦੇ ਕਿ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਕਿਰਪਾ ਕਰਦੇ ਨੇ ਕਿ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ। ਸਤਿਗੁਰੂ ਕਹਿੰਦੇ ਨੇ ਸਿੱਖਾ ਤੂੰ ਗੁਰੂ ਕੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਪੀਵੋ ਭਉ ਖੰਡੇ ਧਾਰ ਹੋਏ ਜਨਮ ਸੁਹੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਪੁਰਚੇਲਾ। ਤੇ ਜੇ ਅਸੀਂ ਮਨ ਵਿੱਚ ਧਾਰਿਆ ਹੋਇਆ ਕਿ ਬਾਬਾ ਮੱਥਾ ਵੀ ਟੇਕਣਾ, ਕਰਮਾਂ ਕਰ ਲਾਂਗੇ, ਬਹੁਤ ਸਾਰੀ ਮਾਇਆ ਚੜਾ ਲਾਂਗੇ, ਪਰ ਪਾਤਸ਼ਾਹ ਅੰਮ੍ਰਿਤ ਅਸੀਂ ਨਹੀਂ ਛਕਣਾ, ਇਹ ਗੱਲ ਨਾ ਸਾਨੂੰ ਕਹੀਂ। ਤੇ ਪਿਆਰਿਓ ਵੀ ਇੱਕ ਵਿਦਾਵਾ ਲਿਖਿਆ ਹੋਇਆ ਹੈ, ਗੁਰੂ ਕਿਰਪਾ ਕਰੇ ਵਿਦਾਵਾ ਅਸੀਂ ਪੜਵਾ ਲਈਏ। ਤੇ ਸਤਿਗੁਰੂ ਤਾਂ ਆਖਦੇ ਨੇ ਸਾਬਤ ਸੂਰਤ ਦਸਤਾਰ ਸਿਰਾ। ਜੀਵਨ ਚਾਹੀਦਾ ਸਾਬਤ ਸੂਰਤ ਹੋਵੇ, ਸਿਰ ਤੇ ਦਸਤਾਰ ਸੋਹਣੀ ਸਜਦੀ ਹੋਵੇ। ਕਹਿੰਦੇ ਇਹੋ ਜਿਹਾ ਸਿੱਖ ਦਾ ਜੀਵਨ ਚਾਹੀਦਾ ਹੋਏ। ਸਿੱਖ ਹੋ ਕੇ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਜੇ ਜੀਵਨ ਦੇ ਵਿੱਚ ਗੁਰੂ ਕੀ ਪਹੁਲ ਨਹੀਂ, ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ, ਤੇ ਮੇਰੇ ਪਾਤਸ਼ਾਹ ਕਹਿੰਦੇ ਉਹ ਜਿਹਾ ਭੇਖੀ ਸਿੱਖ ਹੈ, ਮੂਰਖ ਸਿੱਖ ਹੈ, ਜਿਹੜਾ ਗੁਰੂ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕਰਦਾ, ਪਰ ਆਪਣੇ ਆਪ ਨੂੰ ਗੁਰੂ ਦਾ ਸਿੱਖ ਹੁੰਦਾ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਓ, ਜੀਵਨ ਦੇ ਵਿੱਚ ਅੰਮ੍ਰਿਤ ਦੀ ਦਾਤ ਹੋਵੇ, ਸਾਬਤ ਸੂਰਤ ਹੋਵੇ। ਤੇ ਜੇ ਅਸੀਂ ਕਹੀਏ ਪਾਤਸ਼ਾਹ ਨਹੀਂ ਅਸੀਂ ਸਾਬਤ ਸੂਰਤ ਨਹੀਂ ਰਹਿਣਾ, ਅਸੀਂ ਕੇਸ ਮਨਾਣੇ ਨੇ ਸਿਰ ਦੇ, ਵੀ ਨੌਜਵਾਨ ਸਾਡੇ ਕਹਿਣ ਕਿ ਅਸੀਂ ਦਾੜੀ ਬਣਾ ਕੇ ਰੱਖਣੀ ਆ, ਸਿਰ ਤੇ ਦਸਤਾਰ ਬੰਨ੍ਹਣਾ, ਤੇ ਕੋਈ ਗੱਲ ਵੀ ਮੁੱਖ ਦੀ ਦਾੜੀ ਜਿਹੜੀ ਸੀ ਬਣਾ ਕੇ ਰੱਖਣੀ ਵੀ ਕੋਈ ਵਿਦਾਵਾ ਲਿਖਿਆ ਹੋਵੇ। ਤੇ ਸਾਡੀਆਂ ਭੈਣਾਂ ਕਹਿਣ ਵੀ ਹੋਰ ਅਸੀਂ ਸਭ ਗੁਰੂ ਦੀ ਗੱਲ ਮੰਨ ਲਾਂਗੇ, ਤੇ ਸਿਰ ਦੇ ਕੇਸ ਜਿਹੜੇ ਅਸੀਂ ਕਾਲੇ ਕਰਨੇ ਹੀ ਕਰਨੇ ਆ, ਜਾਂ ਅਸੀਂ ਵੱਡਿਆਈ ਤੇ ਆਦਿਕਾਂ ਦੇ ਕੇਸ ਜਿਹੜੇ ਕੱਟਣੇ ਨੇ। ਤੇ ਪਿਆਰੇ ਵੀ ਇੱਕ ਵਿਦਾਵਾ ਲਿਖਿਆ ਹੋਇਆ, ਮਾਫ ਕਰਨਾ ਮੇਰੀ ਭੈਣੋ ਮੇਰੇ ਵੀਰੋ, ਇਹ ਜਿਹੜੇ ਜੀਵਨ ਵਿੱਚ ਵਿਦਾਵੇ ਲਿਖੇ ਨੇ ਨਾ, ਇਹਨਾਂ ਨੂੰ ਪੜਵਾ ਲਈਏ। ਵੀ ਬਾਬਾ ਸਾਰੀਆਂ ਗੱਲਾਂ ਤੇਰੀਆਂ ਮੰਨ ਲਵਾਂਗੇ, ਪਰ ਇਹ ਸ਼ਰਾਬ ਛੱਡਣ ਵਾਸਤੇ ਨਾ ਕਹਿ, ਇਹ ਵੀ ਇੱਕ ਵਿਦਾਵਾ ਲਿਖੇ ਹੋਇਆ। ਗੁਰੂ ਕਿਰਪਾ ਕਰੇ ਅਸੀਂ ਵੀ ਇਹ ਵਿਦਾਵੇ ਪੜਵਾ ਲਈਏ ਤੇ ਗੁਰੂ ਕੀ ਬਾਣੀ ਨਾਲ ਜੁੜ ਜਾਈਏ, ਗੁਰੂ ਦੇ ਚਰਨਾਂ ਨਾਲ ਸਾਡੀ ਪ੍ਰੀਤ ਬਣ ਜਾਏ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮਾਲਕ ਦੇ ਚਰਨਾਂ ਨਾਲ ਸਾਡੀ ਵੀ ਪ੍ਰੀਤ ਬਣ ਜਾਏ। ਤੇ ਸਾਹਿਬ ਕਹਿੰਦੇ ਮਾਲਕ ਚਿੱਤਰ ਗੁਪਤ ਵੀ, ਧਰਮ ਰਾਜਾ ਵੀ, ਇਹ ਵੀ ਤਾਂ ਤੇਰੇ ਦਰ ਤੇ ਖਲੋ ਕੇ ਤੈਨੂੰ ਗਾ ਰਹੇ ਨੇ, ਤੈਨੂੰ ਆਰਾਧ ਰਹੇ ਨੇ, ਭਾਵ ਇਹ ਵੀ ਤੇਰੇ ਹੁਕਮ ਦੇ ਵਿੱਚ ਚੱਲ ਰਹੇ ਹਨ। ਗਾਵਹਿ ਈਸ਼ਰ ਬਰਮਾ ਦੇਵੇ, ਸੋਹਣ ਸਦਾ ਸਵਾਰੇ। ईश्वर को भाव है शिव, ते ब्रह्मा तो भाव है ब्रह्मा, देवी तो भाव है देवियां, सोहन तो भाव है शोभ देने सोने लगते ने, सवारे तो भाव है तेरे सवारे होए। सब आखते ने हे अकाल पुरख, देवियां शिव जी ते ब्रह्मा ये तेरे सवारे होए, तैनू ही गा रहे हैं, तैनू ही आराध रहे। गावे इंद्र इंद्रासन बैठे, इंद्र इंद्रासन इत्थे नहीं बोलना, इंद्र इंद्रासन सोधा दी पौड़ी विच, इत्थे इंद्र इंद्रासन। गावे इंद्र इंद्रासन बैठे, देवते अंदर नाले, कई इंद्र अपने तख्त ते बैठे हुए देवतियां दे समेत, जिन्हें मालक प्रभु परमात्मा के दर ते तैनू सदा रहे ने, तैनू आराध रहे ने, तैनू गा रहे हैं। गावे सिद्ध समाधि अंदर, गावन साध विचारे, सिद्ध लोग समाधियां ला ला के तैनू गा रहे ने, साध विचार कर करके तैनू सलाह रहे ने, तेरी सलोका कर रहे। गावन जति सती संतोखी, गावे वीर करारे, धारी दान करने वाले संतोख वाले पुरख तैनू गा रहे ने, बेअंत तगड़े सूरमे तेरियां वड़ियाइयां कर रहे हैं।
गावन पंडित पढ़न रखीसर, जुग जुग वेदा नाले। ये अकाल पुरख पंडित ते महारथी जो वेदां नूं पढ़दे ने, वेदां दे समेत तैनूं गा रहे हैं। गावै मोहनिया मन मोहन, सुरगा माशु पयाले। जो स्त्रियां सुंदर स्वरूप वालियां सुरग ते मात लोक ते पाताल दे विच हर थां मनुख के मन नूं मोह लैंदियां ने। ते पातशाह कहंदे हे मेरे मालिक प्रभु, ओ सुंदर स्वरूप वालियां मन नूं मोह लैण वालियां ਇਹ ਸੋਹਣੇ ਸਰੂਪ ਵਾਲੀਆਂ ਇਸਤਰੀਆਂ ਵੀ ਤੈਨੂੰ ਹੀ ਗਾ ਰਹੀਆਂ। ਗਾਉਣ ਰਤਨੀ ਉਪਾਏ ਤੇਰੇ, ਅੱਠ ਸੜ ਤੀਰਥ ਨਾਲੇ। हे ਨਿਰੰਕਾਰ, ਤੇਰੇ ਪੈਦਾ ਕੀਤੇ ਹੋਏ ਰਤਨ 18 ਤੀਰਥਾਂ ਦੇ ਸਮੇਤ ਤੈਨੂੰ ਗਾ ਰਹੇ। ਗੁਰੂ ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਲਕ ਜਿਹੜੇ ਰਤਨ ਨੇ, ਜਿਸ ਤਰ੍ਹਾਂ ਅਸੀਂ 14 ਰਤਨਾਂ ਦੀ ਗੱਲ ਕਰਦੇ ਹਾਂ ਵੀ ਸਮੁੰਦਰ ਰਿੜ ਗਿਆ ਉਹਦੇ ਵਿੱਚੋਂ 14 ਰਤਨ ਨਿਕਲੇ, ਤੇ ਮੇਰੇ ਪਾਤਸ਼ਾਹ ਕਹਿੰਦੇ ਮਾਲਕ ਦੇ ਰਤਨ ਵੀ ਤੇ 68 ਤੀਰਥ ਵੀ, ਇਹ ਵੀ ਸਾਰੇ ਤੈਨੂੰ ਗਾ ਰਹੇ। ਤੇ ਪਿਆਰਿਓ, ਜੇ ਸਿੱਖ ਗੁਰੂ ਕੀ ਬਾਣੀ ਪੜ੍ਹਦਾ ਨਿਰੰਕਾਰ ਨਾਲ ਜੁੜਿਆ ਹੋਇਆ ਤੇ 68 ਤੀਰਥਾਂ ਦੇ ਵੀ ਉਹਨੂੰ ਕੋਈ ਵੀ ਮੁਤਾਦੀ ਨਹੀਂ। 68 ਤੀਰਥ ਜਿਸ ਨੂੰ ਗਾ ਰਹੇ ਨੇ, ਸਿੱਖ ਵੀ ਉਸੇ ਨਾਲ ਜੁੜਿਆ ਹੋਇਆ ਤੇ 68 ਤੀਰਥਾਂ ਦੀ ਸਾਨੂੰ ਕੋਈ ਮੁਤਾਦੀ ਨਹੀਂ। ਗਾਵੇ ਜੋਤ ਮਹਾਬਲ ਸੂਰਾ, ਗਾਵੇ ਖਾਣੀ ਚਾਰੇ। ਚਾਰ ਖਾਣੀਆਂ ਗੁਰੂ ਗਰੀਬ ਨਿਵਾਸ ਸਾਹਿਬ ਕਹਿੰਦੇ ਚਾਰ ਖਾਣੀਆਂ ਨੇ, ਅੰਡਜ, ਜੀਰਜ, ਸੇਦਜ ਤੇ ਉਦਪੁਜ। ਜਿਹੜੇ ਚਾਰ ਖਾਣੀਆਂ ਤੋਂ ਮਾਲਕ ਨੇ ਸਾਰਾ ਸੰਸਾਰ ਦੀ ਰਚਨਾ ਕੀਤੀ। ਅੰਡਰ ਤੋਂ ਭਾਵ ਹੈ ਅੰਡੇ ਤੋਂ ਪੈਦਾ ਹੋਣ ਵਾਲੇ ਜੀਵ, ਜੀਵ ਤੋਂ ਪੈਦਾ ਹੋਣ ਵਾਲੇ ਜੀਵ। ਸਿਰ ਤੋਂ ਭਾਵ ਹੁੰਦਾ ਪਸੀਨਾ, ਪਸੀਨੇ ਤੋਂ ਵੀ ਜੀਵ ਪੈਦਾ ਹੋ ਜਾਂਦੇ। ਉਦਪੁਜ, ਇਹ ਜਿਹੜੀ ਧਰਤੀ ਤੋਂ ਅਨੇਕਾਂ ਬਨਸਪਤੀ ਪੈਦਾ ਹੋ ਗਈ। ਤੇ ਗੁਰੂ ਗਰੀਬ ਨਿਵਾਸ ਸਾਹਿਬ ਕਹਿੰਦੇ ਮਾਲਕ ਇਹ ਨਿਰੰਕਾਰ, ਵੱਡੇ ਬਲ ਵਾਲੇ ਯੋਧੇ ਸੂਰਮੇ ਇਹ ਵੀ ਤੇਰੀ ਸਿਫਤ ਕਰ ਰਹੇ ਨੇ। ਤੇ ਚੌਹਾਂ ਖਾਣੀਆਂ ਦੇ ਜੀਵ ਜੰਤ ਇਹ ਵੀ ਸਾਰੇ ਦੇ ਸਾਰੇ ਤੈਨੂੰ ਹੀ ਗਾ ਰਹੇ। ਭਾਵ ਕਿ ਮਾਲਕ ਦੀ ਰਚੀ ਹੋਈ ਰਚਨਾ ਦੇ ਵਿੱਚ, ਉਹਦੀ ਰਜਾ ਦੇ ਵਿੱਚ ਤੁਰਨਾ, ਉਸ ਨੂੰ ਗਾਉਣਾ, ਇਹ ਸਾਰੇ ਜੀਵ ਉਸ ਨੂੰ ਗਾ ਰਹੇ ਹਨ। ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸਾਰੀ ਸ੍ਰਿਸ਼ਟੀ ਤੇ ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ ਜੋ ਤੂੰ ਪੈਦਾ ਕਰਕੇ ਟਿਕਾ ਰੱਖੇ ਨੇ, ਮਾਲਕ ਇਹ ਵੀ ਤੈਨੂੰ ਹੀ ਸਾਰੇ ਗਾ ਰਹੇ। ਸੇਈ ਤੁਧ ਨੂੰ ਗਾਵੇਂ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਇਹ ਅਕਾਲ ਪੁਰਖ ਅਸਲ ਵਿੱਚ ਤਾਂ ਉਹ ਤੇਰੇ ਪ੍ਰੇਮ ਦੇ ਵਿੱਚ ਰਤੇ ਹੋਏ ਨੇ, ਰਸੀਏ ਨੇ। ਭਗਤ ਜਨ ਜਿਹੜੇ ਤੇਰੇ ਨਾਮ ਰਸ ਵਿੱਚ ਰਤੇ ਰਹਿੰਦੇ ਨੇ, ਉਹ ਵੀ ਮਾਲਕ ਤੇਰੇ ਪਿਆਰੇ ਤੇਰੇ ਸੇਵਕ ਤੈਨੂੰ ਗਾ ਰਹੇ ਨੇ। ਭਾਵ ਉਹਨਾਂ ਦਾ ਹੀ ਗਾਉਣਾ ਸਫਲ ਹੈ ਜੋ ਤੈਨੂੰ ਚੰਗੇ ਲੱਗਦੇ ਨੇ। ਸੇ ਤੁਧ ਨੂੰ ਗਾਵੇ ਜੋ ਤੁਧ ਭਾਵ। ਮਾਲਕ ਨੂੰ ਅਸਲ ਦੇ ਵਿੱਚ ਕੋਈ ਪਾਉਂਦੇ ਨੇ ਜੋ ਉਹਨੂੰ ਗਾਉਂਦੇ ਨੇ। ਉਹ ਪ੍ਰਮਾਤਮਾ ਦੇ ਨਾਮ ਰਸ ਦੇ ਵਿੱਚ, ਅਸਲ ਦੇ ਵਿੱਚ ਪ੍ਰੇਮ ਰਸ ਦੇ ਵਿੱਚ ਰਤੇ ਹੋਏ ਨੇ, ਜਿਹੜੇ ਮਾਲਕ ਨੂੰ ਪਾ ਜਾਂਦੇ ਹਨ, ਉਹਨਾਂ ਦਾ ਗਾਉਣਾ ਸਫਲ ਹੈ। ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ। ਦੇਖੋ ਇਹ ਤਾਂ ਨਾਨਕ ਅਸੀਂ ਪਿੱਛੇ ਸਬਦੇ ਪੜਿਆ, ਕੱਕੇ ਨੂੰ ਔਂਕੜ ਵਾਲਾ ਨਾਨਕ ਨੀਚ ਕਹਿ ਵਿਚਾਰ ਵਾਲਾ। ਇਹ ਕਿਸੇ ਵੀ ਹੁਣ ਦੇਖੋ ਕੱਕੇ ਨੂੰ ਔਂਕੜ ਵਾਲਾ ਸ਼ਬਦ ਆ ਗਿਆ, ਇਹ ਵੀ ਸ਼ਬਦ ਇਕੱਠਾ ਪੜ। ਜਿਹੜਾ ਕੱਕੇ ਨੂੰ ਕੱਕਾ ਮੁਕਤਾ ਸ਼ਬਦ ਆਉਂਦਾ ਹੈ, ਉਹ ਤੇ ਅਸੀਂ ਰੋਕ ਕੇ ਬੋਲਦੇ ਆ, ਉਹ ਸੰਬੋਧਨ ਰੂਪ ਹੁੰਦਾ ਹੈ। ਜਾਂ ਇੱਕ ਹੋਰ ਨੁਕਤਾ ਮੇਰਾ ਸਾਂਝਾ ਕਰਾਂ ਕਿ ਨਾਨਕ ਸ਼ਬਦ ਕਉ ਆ ਜਾਏ, ਦਾਸ ਆ ਜਾਏ, ਇਹ ਆ ਜਾਏ, ਤੇ ਉਸ ਸ਼ਬਦ ਦੇ ਨਾਲ ਜਦੋਂ ਸੰਬੋਧਨ ਸ਼ਬਦ ਆ ਜਾਂਦਾ, ਸੰਬੰਧਕ ਸ਼ਬਦ ਆ ਜਾਂਦਾ,
ਉਦੋਂ ਵੀ ਨਾਨਕ ਸ਼ਬਦ ਜਿਹੜਾ ਇਕੱਠਾ ਬੋਲਿਆ ਜਾਂਦਾ। ਇੱਥੇ ਹੁਣ ਸਾਹਿਬ ਸੱਚੇ ਪਾਤਸ਼ਾਹ ਜੀ ਨੇ